मैं परमप्रीत सिंह शबद कीर्तन वीडियो स्टूडियो विच एक बार फिर आप सारे दे सामने हाजिर हाँ ते आप जी नूं जान के खुशी होवेगी कि अज साडे नाल पंथ प्रसिद्ध विद्वान प्रिंसीपल जगजीत सिंह जाचक गुरमत विद्यालय रकाबगंज साहिब तो विशेष तौर ते इत्थे पहुंचे हन। ज्ञानी जी आओ असीं मिल के एक बारी फतेह दी सांझ करिए। वाहिगुरू जी का खालसा वाहिगुरू जी की फतेह। ज्ञानी जी जिद्दां आपां जाणदे हां कि ਅਸੀਂ श्री गुरु नानक देव जी महाराज जी ਦੇ 550ਵੇਂ ਸਾਲ ਜੋ ਅਸੀਂ ਪੂਰਾ ਪਿਛਲੇ ਸਾਲ ਕੀ ਮਨਾਇਆ ਉਹਨੂੰ ਤੇ ਇੱਕ ਸਾਲ ਬੀਤ ਚੁੱਕਾ ਹੈ ਤੇ ਹੁਣ ਅਸੀਂ 551ਵਾਂ ਸਾਲ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਹੁਣ ਇਸ ਪੂਰੇ ਬੀਤੇ ਸਾਲ ਅਸੀਂ ਕੀ ਖਟਿਆ ਕੀ ਗਵਾਇਆ ਤੇ ਹੁਣ ਅਸੀਂ ਹੋਰ ਕੀ ਕਰ ਸਕਦੇ ਸੀ ਜਿਹੜਾ ਅਸੀਂ ਨਹੀਂ ਕੀਤਾ ਤੇ ਕੀ ਚੰਗੇ ਕੰਮ ਅਸੀਂ ਕੀਤੇ ਨੇ ਕਿ ਉਹਦੇ ਵਿੱਚ ਥੋੜਾ ਤੁਸੀਂ ਕੁਝ ਆਪਣੀ ਰਾਏ ਦੱਸੋ। ਦੇਖੋ ਪਰਮਪ੍ਰੀਤ ਸਿੰਘ ਜੀ, ਅਸੀਂ ਜਦੋਂ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣਾ ਸੀ, ਤਕਰੀਬਨ ਪੂਰੀ ਦੁਨੀਆ ਦੇ ਵਿੱਚ ਇਸ ਦੀਆਂ ਭਰਪੂਰ ਤਿਆਰੀਆਂ ਕੀਤੀਆਂ ਗਈਆਂ। ਬੜੇ ਵੱਡੇ ਸਮਾਗਮ ਰੱਖੇ ਗਏ, ਬੱਚਿਆਂ ਵਾਸਤੇ ਕਾਉਂਸਲਿੰਗ ਰੱਖੀ ਗਈ, ਕੀਰਤਨ ਮੁਕਾਬਲੇ ਹੋਏ, ਹੋਰ ਬਹੁਤ ਸਾਰੀਆਂ ਚੀਜ਼ਾਂ ਉਲੀਕੀਆਂ ਸਨ ਜੋ ਕਿ ਕੌਮ ਨੇ ਬੜੇ ਸੁਚੱਜੇ ਢੰਗ ਦੇ ਨਾਲ ਨਿਭਾਈਆਂ। ਔਰ ਉਸ ਤੋਂ ਬਾਅਦ ਵੀ ਜੋ ਇਹ ਸ਼ਤਾਬਦੀਵਾਂ ਸਾਲ ਚੱਲ ਰਿਹਾ ਸੀ, ਇਸ ਸਾਰੇ ਸਾਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਕੀਰਤਨ ਵੱਲ ਪ੍ਰੇਰਿਤ ਕਰਨ, ਗੁਰਬਾਣੀ ਪੜ੍ਹਨ ਵੱਲ ਪ੍ਰੇਰਿਤ ਕਰਨ ਦੀ ਗੱਲ ਹੋਈ, ਉਸ ਪ੍ਰਕਾਰ ਦੇ ਹੋਰ ਬਹੁਤ ਸਾਰੇ ਸਮਾਗਮ ਉਲੀਕੇ ਗਏ। ਅਜੇ ਨਵੰਬਰ ਅਤੇ ਦਸੰਬਰ, ਜਨਵਰੀ, ਫਰਵਰੀ ਇਹ 3 ਕੁ ਮਹੀਨੇ ਅਸੀਂ ਸਾਰੇ ਪ੍ਰੋਗਰਾਮ ਉਲੀਕ ਰਹੇ ਸਾਂ ਸਾਰੀ ਦੁਨੀਆ ਵਿੱਚ। ਪਰ ਉਸੇ ਵੇਲੇ ਫਿਰ ਕਰੋਨਾ ਕਰਕੇ ਲਾਕਡਾਊਨ ਹੋਇਆ, ਜਿਸ ਦੇ ਨਾਲ ਸਾਰੇ ਪ੍ਰੋਗਰਾਮ ਰੁਕ ਗਏ, ਸਾਰੀ ਦੁਨੀਆ ਤਕਰੀਬਨ ਰੁਕ ਗਈ। ਪਰ ਫਿਰ ਵੀ ਸਿੱਖ ਕੌਮ ਨੇ ਆਪਣੇ ਸੱਚੇ ਪਾਤਸ਼ਾਹ ਦੇ ਇਸ ਪੁਰਬ ਨੂੰ ਮਨਾਉਣ ਦੇ ਵਿੱਚ ਆਨਲਾਈਨ ਦਾ ਸਹਾਰਾ ਲਿਆ। ਆਨਲਾਈਨ ਸਮਾਗਮ ਹੋਏ, ਆਨਲਾਈਨ ਬੱਚਿਆਂ ਨੂੰ ਪਾਠ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਉਹਨਾਂ ਦੇ ਈਵਨ ਕੀਰਤਨ ਮੁਕਾਬਲੇ, ਪੱਗਾਂ ਦੇ ਮੁਕਾਬਲੇ, ਉਹ ਸਾਰੇ ਕੀਤੇ ਗਏ। ਬਹੁਤ ਸਾਰੇ ਗੁਰਮੁਖ ਪਿਆਰੇ ਐਸੇ ਨੇ ਜਿਹੜੇ ਗੁਰਦੁਆਰੇ ਜਾਣਾ ਲਾਕਡਾਊਨ ਦੇ ਵਿੱਚ ਵੀ ਜਿਨ੍ਹਾਂ ਨੇ ਜਾਰੀ ਰੱਖਿਆ, ਜਿਨ੍ਹਾਂ ਨੂੰ ਗੁਰੂ ਘਰ ਨਾਲ ਪਿਆਰ ਸੀ। ਇਸ ਦੇ ਨਾਲ ਨਾਲ ਬਹੁਤ ਸਾਰੇ ਸਕੂਲਾਂ ਵੱਲੋਂ ਪੱਗ ਬੰਨ੍ਹਣ ਦੇ ਕੰਪੀਟੀਸ਼ਨ, ਕੀਰਤਨ ਦੇ ਕਵਿਤਾ ਮੁਕਾਬਲੇ ਅਤੇ ਹੋਰ ਕਈ ਪ੍ਰਕਾਰ ਦੇ ਕੁਇਜ਼ ਕੰਟੈਸਟ ਵੀ ਕਰਵਾਏ ਗਏ। ਇਸ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਉਹ ਨੇ ਜਿਨ੍ਹਾਂ ਨੇ ਲਾਕਡਾਊਨ ਦੇ ਬਾਵਜੂਦ ਆਨਲਾਈਨ ਕੀਰਤਨ ਸਮਾਗਮ ਕਰਵਾਏ। ਦੇਸ਼ ਭਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਸੁਵਿਧਾ ਦਾ ਉਪਯੋਗ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤ ਨੂੰ ਅਪਣਾਇਆ ਗਿਆ। ਔਰ ਇਸ ਦਾ ਪ੍ਰਭਾਵ ਇਹ ਰਿਹਾ ਕਿ ਜਿੱਥੇ ਦੁਨੀਆ ਕਰੋਨਾ ਤੋਂ ਤਰਾਹੀ ਕਰ ਰਹੀ ਸੀ, ਉੱਥੇ ਸਿੱਖਾਂ ਨੇ ਕੱਚਾ ਰਾਸ਼ਨ ਵੀ ਵੰਡਿਆ ਦੇਸ਼ ਭਰ ਦੇ ਕਈ ਇਲਾਕਿਆਂ ਵਿੱਚ। ਇਸ ਦੇ ਨਾਲ ਨਾਲ ਪੱਕਿਆ ਹੋਇਆ ਲੰਗਰ ਵੀ ਸੰਗਤ ਦੇ ਵਿੱਚ ਵੱਲੋਂ ਗੁਰਸਿੱਖਾਂ ਵੱਲੋਂ ਵਰਤਾਇਆ ਗਿਆ। ਤੇ ਇਸ ਦੇ ਨਾਲ ਨਾਲ ਜੋ ਕੁਝ ਵੀ ਸਿੱਖ ਕੌਮ ਹੋਰ ਕਈ ਪ੍ਰਕਾਰ ਦੇ ਭਲਾਈ ਦੇ ਕਾਰਜ ਕਰ ਸਕਦੀ ਸੀ, ਜਿਸ ਵਿੱਚ ਇੱਕ ਬੜੇ ਹੀ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਰਹੇ ਦਿੱਲੀ ਦੇ ਵਿੱਚ ਜਿਹੜੇ ਕਰੋਨਾ ਦੇ ਪੀੜਤ ਸਨ, ਉਹਨਾਂ ਦੀ ਲਾਸ਼ਾਂ ਨੂੰ ਕੋਈ ਚੁੱਕਣ ਨਹੀਂ ਸੀ ਆਉਂਦਾ। ਉਹਨਾਂ ਲਾਸ਼ਾਂ ਨੂੰ ਚੁੱਕਣ ਦੀ ਸੇਵਾ ਵੀ ਦਿੱਲੀ ਦੇ ਇੱਕ ਨੌਜਵਾਨ ਪਿਤਾ ਪੁੱਤਰ ਵੱਲੋਂ ਨਿਭਾਈ ਗਈ। ਇਸ ਪ੍ਰਕਾਰ ਦੀਆਂ ਸੇਵਾਵਾਂ ਕਰਕੇ ਸਿੱਖ ਕੌਮ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਸ਼ਤਾਬਦੀ ਦਿਵਸ ਮਨਾਇਆ। ਅਤੇ ਹੋਰ ਬਹੁਤ ਸਾਰੀਆਂ ਐਸੀਆਂ ਪ੍ਰਸਿੱਧ ਗਾਥਾਵਾਂ ਨੇ ਜਿੱਥੋਂ ਲੱਗਦਾ ਹੈ ਕਿ ਸਾਡੀ ਜੋ ਸਿੱਖ ਕੌਮ ਹੈ ਉਹ ਇਕਜੁੱਟ ਹੋਈ ਹੈ, ਇਕੱਠੇ ਹੋਏ ਨੇ, ਸਭਨਾਂ ਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪਤਾ ਲੱਗਾ ਹੈ। ਔਰ ਘਰ ਘਰ ਆਨਲਾਈਨ ਪ੍ਰਚਾਰ ਦੇ ਜ਼ਰੀਏ ਅੱਜ ਵੀ ਉਹ ਕੋਸ਼ਿਸ਼ ਕਰ ਰਹੀਆਂ ਨੇ। ਸੋ ਹੁਣ ਅਸੀਂ ਇਸ 1 ਸਾਲ ਤੱਕ ਆ ਗਏ ਹਾਂ ਤੇ ਅਸੀਂ ਅੱਗੇ ਹੁਣ ਗੁਰੂ ਸਾਹਿਬ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਉਣਾ ਹੈ, ਜਿਸ ਬਾਬਤ ਸਿੱਖ ਕੌਮ ਇਕੱਤਰ ਹੋਈ ਹੈ। ਅਤੇ ਸਾਰਿਆਂ ਦੇ ਅੰਦਰ ਜੋ ਜਜ਼ਬਾ ਹੈ ਉਹ ਇੱਕ ਨਜ਼ਰ ਆਇਆ ਹੈ ਕਿ ਤਕਰੀਬਨ ਜੋ ਅਸੀਂ ਪੰਜਾਬ ਦੇ ਵਿੱਚ ਵੇਖ ਰਹੇ ਹਾਂ, ਉੱਥੇ ਸਿੱਖੀ ਦੀ ਲਹਿਰ ਵਾਪਸ ਆਈ ਹੈ। ਬਹੁਤ ਸਾਰੇ ਸਿੱਖ ਹੁਣ ਵੀਰ ਦਸਤਾਰਾਂ ਸਜਾਉਣ ਲੱਗ ਪਏ ਨੇ। ਜੋ ਪਤਿਤ ਹੋਏ ਸਨ ਉਹ ਵੀ ਵਾਪਸ ਪਤਿਤ ਪੁਣੇ ਵਿੱਚੋਂ ਨਿਕਲ ਕੇ ਗੁਰੂ ਵਾਲੇ ਬਣੇ ਹਨ। ਔਰ ਹੋਰ ਜ਼ਿਆਦਾ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਵੱਧ ਕੇ ਹੋਰ ਨੌਜਵਾਨ ਸਤਿਗੁਰ ਪਾਤਸ਼ਾਹ ਜੀ ਦੇ ਉਪਦੇਸ਼ਾਂ 'ਤੇ ਚੱਲਣ ਦਾ ਉਪਰਾਲਾ ਕਰਨਗੇ ਔਰ ਸਤਿਗੁਰ ਪਾਤਸ਼ਾਹ ਜੀ ਦੀ ਸਿੱਖਿਆਵਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਉਪਰਾਲਾ ਕਰਨਗੇ। ਬਿਲਕੁਲ ਠੀਕ ਆਖਿਆ ਤੁਸੀਂ ਗਿਆਨੀ ਜੀ। ਤੇ ਕਰੋਨਾ ਕਾਲ ਹੀ ਅਸੀਂ ਕਵਾਂਗੇ ਤੇ ਕਰੋਨਾ ਹੁੰਦੇ ਹੋਏ ਵੀ ਕਈ ਸਿੱਖਾਂ ਨੇ ਦੂਜੇ ਸਿੱਖਾਂ ਦੀ ਤੇ ਹੋਰ ਵੀ ਬਿਰਾਦਰੀ ਦੀ, ਕਿਸੇ ਵੀ ਕੌਮ ਦਾ ਕੋਈ ਵੀ ਹੋਵੇ, ਉਹਦੀ ਭਰਪੂਰ ਸੇਵਾ ਕੀਤੀ ਹੈ।
ਤੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਵੀ ਕਰੋਨਾ ਵਿੱਚ ਸਾਨੂੰ ਵੀ ਕੀ ਹੋਏਗਾ, ਅਗਰ ਹੋਏਗਾ ਤੇ ਸੱਚੇ ਪਾਤਸ਼ਾਹ ਹੈਗੇ ਨੇ ਉਹਨੂੰ ਧਿਆਨ ਰੱਖਣ ਵਾਸਤੇ। ਤੇ ਗਿਆਨੀ ਜੀ, ਜਿਵੇਂ ਕਰੋਨਾ ਦਾ ਦੌਰ ਤੇ ਹੱਲੇ ਵੀ ਚੱਲ ਰਿਹਾ, ਹੱਲੇ ਵੀ ਨਿਊਜ਼ ਆ ਰਹੀ ਹੈ, ਤੇ ਸਿੱਖ ਆਉਣ ਵਾਲੇ ਟਾਈਮ ਵਿੱਚ ਆਨਲਾਈਨ ਵਿੱਚ ਕਿੱਦਾਂ ਇਹ ਹੋ ਸਕਦਾ ਪੋਸੀਬਲ ਕਿ ਉਹ ਚੀਜ਼ ਆਨਲਾਈਨ ਬੈਠ ਕੇ ਕਰ ਸਕੇ? ਦੇਖੋ, ਇਹਦੇ ਵਿੱਚ ਬਹੁਤ ਅੱਛੀ ਚੀਜ਼ ਤੁਸੀਂ ਪੁੱਛੀ ਕਿ ਕਰੋਨਾ ਕਾਲ ਚੱਲ ਰਿਹਾ ਹੈ ਔਰ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕੀ ਕਹਿੰਦੀ ਹੈ। ਦੇਖੋ, ਕਰੋਨਾ ਹੀ ਨਹੀਂ, ਕੋਈ ਵੀ ਬਿਮਾਰੀ ਹੋਵੇ ਉਹ ਸਾਡੇ ਖਾਣ ਪਾਣ ਦੇ ਢੰਗ ਅਤੇ ਰਹਿਣ ਦੇ ਅੰਦਾਜ਼ ਤੋਂ ਹੁੰਦੀ ਹੈ। ਸੋ ਮਹਾਰਾਜ ਨੇ ਸਾਨੂੰ ਇਸ ਬਾਰੇ ਸਮਝਾਇਆ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਅਸੀਂ ਉਹ ਕੋਈ ਵੀ ਚੀਜ਼ ਨਹੀਂ ਖਾਣੀ ਜਿਹਦੇ ਨਾਲ ਸਾਡੇ ਸਰੀਰ ਨੂੰ ਖੁਆਰੀ ਹੋਵੇ, ਜੋ ਸਾਡੇ ਸਰੀਰ ਨੂੰ ਨੁਕਸਾਨ ਦਿੰਦੀ ਹੋਵੇ, ਬਲਕਿ ਆਪਣੇ ਖਾਣ ਪਾਣ ਦੇ ਢੰਗ ਨੂੰ ਬਦਲਣਾ ਹੈ, ਆਪਣੇ ਖਾਣ ਪਾਣ ਦੇ ਅੰਦਾਜ਼ ਨੂੰ ਬਦਲਣਾ ਹੈ, ਆਪਣੇ ਖਾਣ ਪਾਣ ਦੇ ਟਾਈਮ ਟੇਬਲ ਨੂੰ ਬਦਲਣਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਿਹਾ ਕਿ ਸਦਾ ਰਹਿ ਕੰਚਨ ਸੀ ਕਾਇਆ, ਕਾਲ ਨ ਕਬਹੂ ਵਿਆਪੈ। ਹੁਣ ਕੰਚਨ ਵਰਗੀ ਕਾਇਆ ਉਹ ਮੰਨੀ ਗਈ। ਕੰਚਨ ਕਹਿੰਦੇ ਨੇ ਸੋਨੇ ਨੂੰ, ਸੋਨੇ ਵਿੱਚ ਖੋਟ ਨਹੀਂ ਹੁੰਦਾ, ਤੇ ਜਿਵੇਂ ਸੋਨੇ 'ਚ ਕੋਈ ਹੋਰ ਧਾਤੂ ਮਿਲੇ ਤੇ ਖੋਟ ਆਉਂਦਾ ਹੈ, ਇਸੇ ਤਰ੍ਹਾਂ ਅਸੀਂ ਖਾਣ ਪਾਣ ਦੇ ਵਿੱਚ ਕੁਝ ਐਸੀਆਂ ਵਸਤੂਆਂ ਸ਼ਾਮਿਲ ਕਰ ਲਈਏ ਜੋ ਸਰੀਰ ਨੂੰ ਨੁਕਸਾਨ ਦਿੰਦੀਆਂ ਨੇ। ਤੇ ਕਰੋਨਾ ਕੀ, ਇੱਕ ਨਾਰਮਲ ਬਿਮਾਰੀ ਤੋਂ ਵੀ ਬੰਦਾ ਚੜ੍ਹਾਈ ਕਰ ਸਕਦਾ ਹੈ, ਪਰ ਜੇ ਖਾਣ ਪਾਣ ਸਹੀ ਹੋਵੇ ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਜਿਵੇਂ ਸਮਝਾਇਆ ਕਿ ਹੋਂ ਤਿਸ ਘੋਲ ਘੁਮਾਇਆ, ਥੋੜਾ ਸਮਾਂ ਥੋੜਾ ਹੀ ਖਾਵੈ। ਇਹ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਨੇ, ਜਿਸ ਵਿੱਚ ਉਹ ਕਹਿੰਦੇ ਨੇ ਵੀ ਮੈਂ ਉਸ ਤੋਂ ਬਲਿਹਾਰ ਜਾਣਾ ਜਿਹੜਾ ਇਨਸਾਨ ਥੋੜਾ ਸੌਂਦਾ ਹੈ ਔਰ ਥੋੜਾ ਖਾਂਦਾ ਹੈ। ਸੋ ਆਪਣੇ ਜੀਵਨ ਵਿੱਚ ਅਗਰ ਇਹ ਨਿਯਮ ਅਸੀਂ ਲੈ ਆਏ ਤੇ ਫਿਰ ਜੋ ਕੁਝ ਵੀ ਅਸੀਂ ਖਾ ਰਹੇ ਹਾਂ, ਪੀ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਗੁਰੂ ਦੇ ਧਿਆਨ ਵਿੱਚ ਰੱਖਦਿਆਂ ਹੋਇਆਂ ਸਤਿਗੁਰੂ ਦਾ ਇਹ ਉਪਦੇਸ਼ ਹੈ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਏ, ਕਿਉਂਕਿ ਸਾਡੀ ਸਿਹਤ ਹੈ ਤੇ ਫਿਰ ਅਸੀਂ ਪਾਠ ਵੀ ਕਰ ਸਕਦੇ ਹਾਂ, ਗੁਰਦੁਆਰੇ ਵੀ ਜਾ ਸਕਦੇ ਹਾਂ, ਸੇਵਾ ਵੀ ਕਰ ਸਕਦੇ ਹਾਂ, ਸੰਗਤ ਵੀ ਕਰ ਸਕਦੇ ਹਾਂ। ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਸੋ ਮਹਾਰਾਜ ਨੇ ਆਪ ਆਪਣੇ ਜੀਵਨ ਕਾਲ ਵਿੱਚ ਵੇਖੋ ਜੋ ਕੁਝ ਆਹਾਰ ਅਪਣਾਇਆ ਹੈ, ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਪ੍ਰਚਲਿਤ ਨੇ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਓਗਰਾ ਛਕਦੇ ਸਨ, ਜਿਹਦੇ ਵਿੱਚ 2-3 ਪ੍ਰਕਾਰ ਦੀਆਂ ਦਾਲਾਂ ਤੇ ਚੌਲ ਮਿਲਾ ਕੇ ਖਿਚੜੀ ਹੁੰਦੀ ਸੀ, ਉਹ ਵੀ ਬਿਨਾਂ ਨਮਕ ਤੋਂ। ਬਾਬਾ ਬੁੱਢਾ ਜੀ ਮਿੱਸੇ ਪ੍ਰਸ਼ਾਦੇ, ਗੰਡਾ, ਲੱਸੀ ਤੇ ਅਚਾਰ, ਇਹ ਚੀਜ਼ਾਂ, ਇਹ ਵੀ ਪੌਸ਼ਟਿਕ ਆਹਾਰ ਹੈ ਤੇ ਹਲਕਾ ਵੀ ਹੈ। ਇਸ ਦੇ ਨਾਲ ਨਾਲ ਹੋਰ ਜਿਹੜੀਆਂ ਚੀਜ਼ਾਂ ਪ੍ਰਚਲਿਤ ਵਿੱਚ ਆਈਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਸਾਡੇ ਜੋ ਦੇਸ਼ ਦਾ ਖਾਣ ਪਾਣ ਰਿਹਾ ਹੈ ਉਸ ਦੇ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਹੋਈਆਂ ਨੇ। ਸੋ ਅਸੀਂ ਆਪਣੇ ਇਤਿਹਾਸ ਤੋਂ, ਆਪਣੀ ਗੁਰਬਾਣੀ ਤੋਂ, ਆਪਣੇ ਸਿਧਾਂਤਾਂ ਤੋਂ ਅਗਰ ਜਾਣੂ ਹੋਈਏ ਤੇ ਅਸੀਂ ਇਸ ਕਰੋਨਾ ਕਾਲ ਦੇ ਵਿੱਚ ਵੀ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੇ ਆਪ ਨੂੰ ਕਰੋਨਾ ਤੋਂ ਬਚਾ ਕੇ ਗੁਰੂ ਕੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਬਿਲਕੁਲ ਠੀਕ ਤੁਸੀਂ ਆਖਿਆ, ਕਰੋਨਾ ਜਾਂ ਹੋਰ ਬਿਮਾਰੀਆਂ ਤੇ ਆਉਂਦੀਆਂ ਰਹਿਣਗੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਸਿੱਖ ਕੌਮ ਚਲਦੀ ਆ ਰਹੀ ਸੀ ਤੇ ਹੁਣ ਚਲਦੀ ਵੀ ਰਹੇਗੀ। ਤੇ ਗਿਆਨੀ ਜੀ, ਮੇਰੀ ਬੇਨਤੀ ਹੈ ਕਿ ਆਪ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖਿਆ ਤੇ ਉਹਨਾਂ ਦੇ ਸਿਧਾਂਤਾਂ ਤੇ ਕੁਝ ਅੱਖਰ ਸੰਗਤ ਦੇ ਸਾਹਮਣੇ ਪੇਸ਼ ਕਰੋ ਜੀ। ਹਾਂਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਦੋਂ ਆਮਦ ਹੋਈ ਇਸ ਸੰਸਾਰ ਵਿੱਚ, ਉਦੋਂ ਇੱਕ ਪੰਜਾਬੀ ਦੇ ਕਵੀ ਨੇ ਬੜੀਆਂ ਸੋਹਣੀਆਂ ਲਾਈਨਾਂ ਕੁਝ ਲਿਖੀਆਂ ਹਨ, ਉਹ ਮੈਂ ਆਪ ਜੀ ਦੇ ਨਜ਼ਰ ਪੇਸ਼ ਕਰਦਾ ਜੀ। ਸੱਚਖੰਡ ਚੋਂ ਸੱਚ ਨਿਤਾਰਨੇ ਲਈ ਆਈ ਸੱਚ ਦੀ ਸੱਚੀ ਤਸਵੀਰ ਨਾਨਕ, ਲੈ ਕੇ ਨੂਰ ਆਇਆ ਰੱਬੀ ਨੂਰ ਵਿੱਚੋਂ, ਬੇਨਜ਼ੀਰ ਸੀ ਬੇਨਜ਼ੀਰ ਨਾਨਕ, ਹਨੇਰਾ ਕਰਨ ਲਈ ਦੂਰ ਅਗਿਆਨਤਾ ਦਾ, ਹਨੇਰਾ ਕਰਨ ਲਈ ਦੂਰ ਅਗਿਆਨਤਾ ਦਾ, ਆਇਆ ਗਿਆਨ ਵਾਲੇ ਲੈ ਕੇ ਤੀਰ ਨਾਨਕ, ਘਰ ਕਾਲੂ ਦੇ ਕਤਕ ਦੀ ਪੁੰਨਿਆਂ ਨੂੰ, ਘਰ ਕਾਲੂ ਦੇ ਕਤਕ ਦੀ ਪੁੰਨਿਆਂ ਨੂੰ, ਬਣ ਕੇ ਨਾਨਕੀ ਦਾ ਆਇਆ ਵੀਰ ਨਾਨਕ, ਸੱਜਣ ਠੱਗ ਨੂੰ ਠੱਗੀ ਤੋਂ ਰੋਕਣੇ ਲਈ, ਸੱਜਣ ਠੱਗ ਨੂੰ ਠੱਗੀ ਤੋਂ ਰੋਕਣੇ ਲਈ, ਆਇਆ ਕੋਡੇ ਦੀ ਬਦਲਣ ਜ਼ਮੀਰ ਨਾਨਕ, ਜ਼ਾਹਿਰ ਕਲਾ ਸੀ ਚੱਕੀ ਘੁਮਾ ਦਸੀ, ਜ਼ਾਹਿਰ ਕਲਾ ਸੀ ਚੱਕੀ ਘੁਮਾ ਦਸੀ, ਬਾਬਰ ਵੇਖੀ ਜਾਂ ਨਵੀਂ ਤਸਵੀਰ ਨਾਨਕ, ਹੱਕ ਸੱਚ ਦੀ ਕਮਾਈ ਦਰਸਾਉਣ ਖਾਤਰ, ਹੱਕ ਸੱਚ ਦੀ ਕਮਾਈ ਦਰਸਾਉਣ ਖਾਤਰ, ਕੱਢੀ ਪੂੜੀਆਂ ਵਿੱਚੋਂ ਤਾਸੀਰ ਨਾਨਕ, ਆਪੇ ਬਾਲੇ ਮਰਦਾਨੇ ਨੂੰ ਨਾਲ ਲੈ ਕੇ, ਆਪੇ ਬਾਲੇ ਮਰਦਾਨੇ ਨੂੰ ਨਾਲ ਲੈ ਕੇ, ਬਦਲਣ ਜਹਾਂ ਦੀ ਤੁਰੇ ਤਸਵੀਰ ਨਾਨਕ, ਮਾਣ ਤੋੜ ਕੇ ਵਲੀ ਕੰਧਾਰੀਏ ਦਾ, ਮਾਣ ਤੋੜ ਕੇ ਵਲੀ ਕੰਧਾਰੀਏ ਦਾ, ਪੰਜਾ ਸਾਹਿਬ ਸੀ ਕੀਤਾ ਤਾਮੀਰ ਨਾਨਕ, ਧਰਮ ਕਰਮ ਦਾ ਉਸ ਪ੍ਰਚਾਰ ਕੀਤਾ, ਧਰਮ ਕਰਮ ਦਾ ਉਸ ਪ੍ਰਚਾਰ ਕੀਤਾ,
ਬਦਲੀ ਭਾਰਤ ਦੀ ਫੇਰ ਤਕਦੀਰ ਨਾਨਕ। ਜੱਗੋਂ ਮਿਟ ਜਾਂਦਾ ਨਾ ਨਿਸ਼ਾਨ ਸਾਡਾ, ਜੱਗੋਂ ਮਿਟ ਜਾਂਦਾ ਨਾ ਨਿਸ਼ਾਨ ਸਾਡਾ। ਜੇਕਰ ਦੇਂਦਾ ਨਾ ਸਾਨੂੰ ਧੀਰ ਨਾਨਕ। ਦੀਨ ਦੁਨੀਆ ਦੀ ਫੇਰ ਪੁਕਾਰ ਸੁਣ ਕੇ, ਦੀਨ ਦੁਨੀਆ ਦੀ ਫੇਰ ਪੁਕਾਰ ਸੁਣ ਕੇ ਕਲਯੁਗ ਵਿੱਚ ਆਇਆ ਸੀ ਪੀਰ ਨਾਨਕ। ਕਲਯੁਗ ਵਿੱਚ ਆਇਆ ਸੀ ਪੀਰ ਨਾਨਕ। ਕਲਯੁਗ ਵਿੱਚ ਆਇਆ ਸੀ ਪੀਰ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।